ਹੈਲੋ ਫਰੈਂਡਸ, ਸੋ ਆਸ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸੋ ਪਿਛਲੇ ਲੈਕਚਰ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਆਪਾਂ ਗੱਲ ਕੀਤੀ ਸੀ ਅਬਾਊਟ ਦ ਫੋਰਸ ਐਕਟਿੰਗ ਔਨ ਅ ਕਰੰਟ ਕੈਰਿੰਗ ਕੰਡਕਟਰ ਵੈਨ ਪਲੇਸਡ ਇਨ ਮੈਗਨੈਟਿਕ ਫੀਲਡ। ਮਤਲਬ ਕਿ ਜਦੋਂ ਇੱਕ ਕੰਡਕਟਰ ਦੇ ਵਿੱਚੋਂ ਕਰੰਟ ਪਾਸ ਹੋ ਰਿਹਾ ਹੈ ਦੈਨ ਉਸ ਕੰਡਕਟਰ ਨੂੰ ਆਪਾਂ ਮੈਗਨੈਟਿਕ ਫੀਲਡ 'ਚ ਰੱਖੀਏ ਦੈਨ ਉਹਦੇ ਉੱਪਰ ਕੀ ਹੈ, ਇੱਕ ਫੋਰਸ ਲੱਗਦੀ ਹੈ। ਔਰ ਆਪਾਂ ਇਹ ਵੀ ਦੇਖਿਆ ਕਿ ਜੋ ਉਹਦੇ ਉੱਪਰ ਉਹ ਫੋਰਸ ਲੱਗ ਰਹੀ ਹੈ ਉਹ ਡਿਪੈਂਡ ਕਰਦੀ ਹੈ ਕਿਸ ਚੀਜ਼ ਉੱਪਰ ਇੱਕ ਤਾਂ ਡਾਇਰੈਕਸ਼ਨ ਆਫ ਕਰੰਟ ਦੇ ਉੱਪਰ ਕਿ ਕਿਸ ਡਾਇਰੈਕਸ਼ਨ ਦੇ ਵਿੱਚ ਕੰਡਕਟਰ ਦੇ ਵਿੱਚੋਂ ਕਰੰਟ ਪਾਸ ਹੋ ਰਿਹਾ ਹੈ। ਸੈਕੰਡਲੀ ਉਹ ਡਿਪੈਂਡ ਕਰਦੀ ਹੈ ਅਪਨ ਦ ਡਾਇਰੈਕਸ਼ਨ ਆਫ ਮੈਗਨੈਟਿਕ ਫੀਲਡ। ਔਰ ਆਪਾਂ ਇਹ ਵੀ ਦੇਖਿਆ ਕਿ ਜੋ ਫੋਰਸ ਲੱਗ ਰਹੀ ਹੈ ਕੰਡਕਟਰ ਦੇ ਉੱਪਰ ਉਹ ਮੈਕਸਿਮਮ ਕਦੋਂ ਹੋਏਗੀ, ਮੀਨਸ ਸਭ ਤੋਂ ਜ਼ਿਆਦਾ ਫੋਰਸ ਕਦੋਂ ਲੱਗੇਗੀ, ਜਦੋਂ ਜੋ ਡਾਇਰੈਕਸ਼ਨ ਆਫ ਮੈਗਨੈਟਿਕ ਫੀਲਡ ਹੈ ਉਹ ਪਰਪੈਂਡੀਕੂਲਰ ਹੋਵੇ ਟੂ ਦ ਡਾਇਰੈਕਸ਼ਨ ਆਫ ਕਰੰਟ। ਸੋ ਉਹਦੇ ਵਿੱਚ ਆਪਾਂ ਕੀ ਹੈ, ਰੂਲ ਅਪਲਾਈ ਕੀਤਾ ਸੀ, ਫਲੇਮਿੰਗਸ ਲੈਫਟ ਹੈਂਡ ਰੂਲ। ਔਰ ਉਹਦੇ ਥਰੂ ਆਪਾਂ ਚੈੱਕ ਕੀਤਾ ਸੀ ਕਿ ਹਾਊ ਕੈਨ ਵੀ ਨੋ, ਮਤਲਬ ਆਪਾਂ ਨੂੰ ਕਿੱਦਾਂ ਪਤਾ ਲੱਗ ਸਕਦਾ ਹੈ ਕਿ ਇੱਕ ਕਰੰਟ ਕੈਰਿੰਗ ਕੰਡਕਟਰ ਉੱਪਰ ਕਿਸ ਡਾਇਰੈਕਸ਼ਨ 'ਚ ਫੋਰਸ ਲੱਗ ਰਹੀ ਹੈ ਜਦੋਂ ਆਪਾਂ ਉਹਨੂੰ ਮੈਗਨੈਟਿਕ ਫੀਲਡ 'ਚ ਰੱਖਦੇ ਹਾਂ। ਹੁਣ ਇਸੇ ਰੂਲ ਨੂੰ, ਇਸੇ ਫਿਨੋਮੀਨਾ ਨੂੰ ਆਪਾਂ ਕੀ ਹੈ ਹੁਣ ਅੱਗੇ ਪੜ੍ਹਨ ਜਾ ਰਹੇ ਹਾਂ। ਇੱਕ ਡਿਵਾਈਸ ਦੇ ਵਿੱਚ ਆਪਾਂ ਇਹਨੂੰ ਸਟੱਡੀ ਕਰਾਂਗੇ ਔਰ ਉਸ ਡਿਵਾਈਸ ਦਾ ਨਾਮ ਹੈ ਇਲੈਕਟ੍ਰਿਕ ਮੋਟਰ। ਸੋ ਇਲੈਕਟ੍ਰਿਕ ਮੋਟਰ। ਹੁਣ ਇਲੈਕਟ੍ਰਿਕ ਮੋਟਰ ਕੀ ਹੈ? ਆਪਾਂ ਮੋਟਰ ਦੇ ਬਾਰੇ ਪਹਿਲੇ ਵੀ ਸੁਣਿਆ ਹੋਇਆ ਹੈ, ਆਪਣੇ ਘਰਾਂ ਦੇ ਵਿੱਚ ਆਮ ਤੌਰ ਤੇ ਕੀ ਹੈ, ਮੋਟਰਸ ਦੀ ਵਰਤੋਂ ਹੁੰਦੀ ਹੈ। ਸੋ ਇਲੈਕਟ੍ਰਿਕ ਮੋਟਰ ਕੀ ਹੈ, ਇੱਕ ਰੋਟੇਟਿੰਗ ਡਿਵਾਈਸ ਹੈ। ਰੋਟੇਟਿੰਗ ਡਿਵਾਈਸ ਮਤਲਬ ਇਹਦੇ ਵਿੱਚ ਇੱਕ ਪਾਰਟ ਹੈ। ਸੋ ਮਸ਼ੀਨ ਦਾ ਇੱਕ ਪਾਰਟ ਕੀ ਹੈ, ਉਹ ਰੋਟੇਟ ਕਰ ਰਿਹਾ ਹੈ ਸੱਚ ਦੈਟ, ਇਸ ਤਰ੍ਹਾਂ ਰੋਟੇਟ ਕਰ ਰਿਹਾ ਹੈ ਕਿ ਜਿਹੜੀ ਇਲੈਕਟ੍ਰੀਕਲ એનર્ਜੀ ਹੈ ਉਹ ਕਨਵਰਟ ਹੋ ਰਹੀ ਹੈ ਇਨਟੂ ਦ ਮਕੈਨੀਕਲ એનર્ਜੀ। ਇਲੈਕਟ੍ਰੀਕਲ એનર્ਜੀ ਕੀ ਹੈ? ਸੋ ਜੋ ਆਪਾਂ ਉਹਨੂੰ ਬਾਹਰੋਂ ਦੀ ਸਪਲਾਈ ਵੋਲਟੇਜ ਦੇ ਰਹੇ ਹਾਂ, ਮੀਨਸ ਜੋ ਇਲੈਕਟ੍ਰਿਸਿਟੀ ਪਾਸ ਕਰਵਾ ਰਹੇ ਹਾਂ, ਉਹਦੇ ਥਰੂ ਆਪਾਂ ਕੀ ਹੈ ਉਹਨੂੰ, ਉਸ એનર્ਜੀ ਨੂੰ, ਇਲੈਕਟ੍ਰੀਕਲ એનર્ਜੀ ਨੂੰ ਮਕੈਨੀਕਲ એનર્ਜੀ 'ਚ ਕਨਵਰਟ ਕਰਾ ਸਕਦੇ ਹਾਂ। ਮਕੈਨੀਕਲ એનર્ਜੀ ਮਤਲਬ ਆਪਾਂ ਕਿਸੇ ਪਾਰਟ ਨੂੰ ਰੋਟੇਟ ਕਰਵਾ ਸਕਦੇ ਹਾਂ। ਸੋ ਹੁਣ ਆਪਾਂ ਇਹ ਪੜ੍ਹਨਾ ਸ਼ੁਰੂ ਕਰੀਏ। ਫਸਟ ਆਫ ਆਲ ਅਗਰ ਡਿਫਾਈਨ ਕਰਨਾ ਹੋਵੇ ਇਲੈਕਟ੍ਰਿਕ ਮੋਟਰ ਨੂੰ, ਸੇਮ ਜਿਵੇਂ ਮੈਂ ਹੁਣੀ ਕਿਹਾ ਕਿ ਇਟ ਇਜ਼ ਅ ਰੋਟੇਟਿੰਗ ਡਿਵਾਈਸ which converts electrical energy to the mechanical energy। ਸੋ ਇਲੈਕਟ੍ਰਿਕ ਮੋਟਰ ਇੱਕ ਆਮ ਤੌਰ ਤੇ ਕੀ ਹੈ, ਇੱਕ ਇੰਪੋਰਟੈਂਟ ਕੰਪੋਨੈਂਟ ਦੇ ਵਜੋਂ ਦੀ ਆਪਾਂ ਯੂਜ਼ ਕਰਦੇ ਹਾਂ ਡਿਫਰੈਂਟ ਅਪਲਾਈਐਂਸਸ ਦੇ ਵਿੱਚ। ਜਿਵੇਂ ਕਿ ਅਗਰ ਆਪਾਂ ਆਪਣੇ ਘਰ ਦੀ ਗੱਲ ਕਰੀਏ ਤਾਂ ਆਪਣੇ ਜੋ ਫੈਨਸ ਹਨ, ਇਲੈਕਟ੍ਰਿਕ ਫੈਨਸ, ਉਹਨਾਂ ਦੇ ਵਿੱਚ ਵੀ ਕੀ ਹੈ, ਮੋਟਰ ਦੀ ਵਰਤੋਂ ਹੁੰਦੀ ਹੈ। ਉਸ ਤੋਂ ਇਲਾਵਾ ਰੈਫਰੀਜਰੇਟਰ ਹੋ ਗਿਆ, ਵਾਸ਼ਿੰਗ ਮਸ਼ੀਨਸ ਹੋ ਗਈਆਂ, ਮਿਕਸਰਸ ਹੋ ਗਏ ਜਾਂ MP3 ਪਲੇਅਰਸ ਹੋ ਗਏ, ਕੰਪਿਊਟਰਸ, ਇਹ ਸਭ ਦੇ ਵਿੱਚ ਵੀ ਕੀ ਹੈ ਆਪਾਂ ਮੋਟਰਸ ਦੀ ਵਰਤੋਂ ਕਰਦੇ ਹਾਂ। ਹੁਣ ਆਪਾਂ ਅੱਗੇ ਪੜਾਂਗੇ ਕਿ ਇਲੈਕਟ੍ਰਿਕ ਮੋਟਰ ਕੰਮ ਕਿਸ ਤਰ੍ਹਾਂ ਕਰਦੀ ਹੈ। ਸੋ ਇਹਦੀ ਵਰਕਿੰਗ ਜਾਣਨ ਦੇ ਲਈ ਆਪਾਂ ਨੂੰ ਪਹਿਲਾਂ ਇਹਦੀ ਕੰਸਟਰਕਸ਼ਨ ਬਾਰੇ ਪਤਾ ਹੋਣਾ ਜ਼ਰੂਰੀ ਹੈ। ਹੁਣ ਆਪਾਂ ਦੇਖਦੇ ਹਾਂ ਕਿ ਇਹਦੀ ਕੰਸਟਰਕਸ਼ਨ ਦੇ ਵਿੱਚ ਕਿਹੜੇ ਡਿਫਰੈਂਟ ਪਾਰਟਸ ਹਨ, ਉਹਨਾਂ ਦਾ ਮਤਲਬ ਉਹਦੇ ਵਿੱਚ ਕੀ ਯੂਜ਼ ਹੈ, ਕਿਉਂ ਉਹ ਪਾਰਟਸ ਉਹਦੇ ਵਿੱਚ ਹੁੰਦੇ ਹਨ। ਸੋ ਉਹਦੇ ਲਈ ਪਹਿਲਾਂ ਮੈਂ ਇੱਕ ਡਾਇਗਰਾਮ ਬਣਾਵਾਂਗੀ। ਫਸਟ ਆਫ ਆਲ ਮੈਗਨੇਟ ਸ਼ੋ ਕਰ ਰਹੀ ਹਾਂ। ਸੋ ਅਗਰ ਇਹ ਹੈ ਨਾਰਥ ਪੋਲ, ਦੈਨ ਇਧਰਲੀ ਸਾਈਡ ਮੈਂ ਸ਼ੋ ਕਰਾਂਗੀ ਸਾਊਥ। ਸਾਊਥ। ਦੈਨ ਇਹਨਾਂ ਦੇ ਵਿਚਕਾਰ ਸ਼ੋ ਕਰਨ ਜਾ ਰਹੀ ਹਾਂ ਮੈਂ ਕੋਇਲ। then उसी तरह बाकी दे पार्ट्स। इसनू आपां बोलते हैं एक्सल। एक्सल दे ऊपर दो रिंग्स, उसी तरह दूसरी साइड पे देन रिंग्स दे साइड्स पे दो ब्रशेस,
ਦੈਨ ਹੁਣ ਬਾਕੀ ਦੇ ਕਨੈਕਸ਼ਨਸ। ਸੋ ਇਹਨੂੰ ਜੁਆਇਨ ਕਰ ਰਹੀ ਹਾਂ ਮੈਂ ਐਂਡਸ ਆਫ ਦ ਕੋਇਲ ਨੂੰ। ਸੋ ਜਿਹੜੇ ਦੋ ਹਾਫ ਸ਼ੋ ਕੀਤੇ ਹਨ ਉਹਨਾਂ ਦੇ ਨਾਲ ਮੈਂ ਕਨੈਕਟ ਕੀਤਾ। ਹੁਣ ਬਾਕੀ ਦੇ ਕਨੈਕਸ਼ਨਸ ਕੀ ਹੈ ਬ੍ਰਸ਼ ਦੇ ਥਰੂ ਨੀਚੇ ਕੰਪਲੀਟ ਕਰਾਂਗੇ। ਸੋ ਇਹ ਹੋ ਗਿਆ ਆਪਣਾ ਸੋ ਇੱਥੇ ਇੱਕ ਬੈਟਰੀ, ਨਾਲ ਦੀ ਨਾਲ plug की पॉजिटिव टर्मिनल एंड नेगेटिव टर्मिनल। एक और चीज इन्होंने मैं मार्क कर रही हाँ आर्म ए बी और ये है अपनी आर्म सी डी। सो ये है अपनी कंस्ट्रक्शन एक इलैक्ट्रिक मोटर दी। हुण इहदे विच आपां गल करिए कि किहड़े डिफरेंट पार्ट्स हैं। सब तो पहले मैं ड्रॉ कीते हैं दो पोल्स। सो नॉर्थ एंड साउथ पोल एक ही है, एक स्ट्रॉन्ग मैगनेट दे आपां दो पोल्स ले रहे हैं। पोल्स क्यों ले रहे हैं बिकॉज आपां नूं की है मैगनेटिक फील्ड दी रिक्वायरमेंट है। सो पोल्स नूं आपां प्लेस कीता सो इत्थों आपां नूं की मिलेगी मैगनेटिक फील्ड मिलेगी। एक चीज़ होर जो आपां पोल्स यूज़ कर रहे हैं ये आपां की है कर्व्ड यूज़ करांगे। सो कर्व्ड क्यों यूज़ करांगे बिकॉज अगर कर्व्ड पोल्स यूज़ करांगे उहदे नाल आपां नूं जो मैगनेटिक फील्ड मिलेगी वो की होएगी रेडियल होएगी। रेडियल मैगनेटिक फील्ड का की मतलब है रेडियल मैगनेटिक फील्ड वो होंदी है जिस दे विच डायरेक्शन ऑफ करंट की है परपेंडिकुलर रहंदा है टू द डायरेक्शन ऑफ मैगनेटिक फील्ड। और जिवें कि मैं लेक्चर दे स्टार्टिंग दे विच ही तुहाडे नाल गल कीती है कि फोर्स एक्टिंग ऑन कंडक्टर सब तो ज़्यादा कदों होंदी है जदों डायरेक्शन ऑफ करंट परपेंडिकुलर होवे टू द डायरेक्शन ऑफ मैगनेटिक फील्ड। सो दैट इज़ वाई आपां की है कर्व्ड मैगनेट्स यूज़ कर रहे हैं ताकि जिहड़ी फील्ड है वो रेडियल होवे और जो डायरेक्शन ऑफ करंट और जो डायरेक्शन ऑफ मैगनेटिक फील्ड है वो परपेंडिकुलर रह सकन। सो ए सी पोल्स दी गल। उस तो बाद आपां कॉइल यूज़ कर रहे हैं ए बी सी डी कॉइल जिहदे विच ए बी एक आर्म है और दूसरी आर्म का नाम है सी डी। कॉइल किस चीज़ दी है? अ कॉइल इज इंसुलेटेड कॉपर वायर। सो आप जिहड़ी कॉइल यूज़ कर रहे हैं वो किस चीज़ की बनी हुई है? दैट इज इंसुलेटेड कॉपर वायर। और इन्हों पर इस तरह प्लेस करांगे दैट जो आर्म ए बी है वो की होवे परपेंडिकुलर होवे टू द डायरेक्शन ऑफ मैगनेटिक फील्ड। सो इस केस दे विच जो डायरेक्शन ऑफ मैगनेटिक फील्ड है वो होएगी नॉर्थ टू साउथ। सो परपेंडिकुलर टू द डायरेक्शन ऑफ मैगनेटिक फील्ड आपा की है आर्म ए बी नू और आर्म सी डी नू प्लेस कीता है इन बिटवीन द टू पोल पीसेस ऑफ द मैगनेट। सो एक कॉइल की गल करन तो बाद हुण जो इहदे दो एंड पॉइंट्स हैं उन्हां नू आपां अगे कनैक्ट कीता है। सो जो ग्रीन पोर्शन शो कीता है ये की है ये दो हाफ्स ने of a split ring. So these are two halves of a split ring. हम split ring की है split ring. So एक ही होंगे हम एक ring है ring like structure और ਇਹਦਾ जो material ਹੁੰਦਾ है वो की ਹੁੰਦਾ है या तो copper या फिर brass। सो जी आप दो हाफ्स ले हैं एक स्प्लिट रिंग दे मतलब एक कंप्लीट रिंग सी अपने कोल ओदे आप दो हाफ कर ले। सो आप दोनों साइड से यूज़ किए हैं आपस में कनैक्टेड नहीं हैं। सो दीज आर टू हाफ्स ऑफ अ स्प्लिट रिंग और स्प्लिट रिंग की होंदा है एक रिंग लाइक स्ट्रक्चर है जिसका मटीरियल की है कॉपर या फिर ब्रास आइदर कॉपर या फिर ब्रास। और इन्हां दी की वरतों है मीनस आप इन्हां नूं क्यों यूज़ करते हैं सो दैट जिहड़ा अपना ए बी सी डी कॉइल है ਉਹਦਾ इलैक्ट्रिकल कॉन्टैक्ट बन सके विद दैट ऑफ द सेल। मीनस इलैक्ट्रिकल कॉन्टैक्ट ਨੂੰ ਕੰਪਲੀਟ ਕਰਨ ਦੇ ਲਈ ਆਪਾਂ ਕੀ ਹੈ ਦੋ ਹਾਫਸ ਯੂਜ਼ ਕਰਦੇ ਹਾਂ। ਹੁਣ ਜੋ ਰੈੱਡ ਪਾਰਟ ਸ਼ੋ ਕੀਤੇ ਹਨ ਥੀਸ ਆਰ ਕਾਲਡ ਬ੍ਰਸ਼ਸ। ਮੈਂ ਇਹਨਾਂ ਦੇ ਨਾਲ ਦੀ ਨਾਲ ਨਾਮ ਵੀ ਦੇ ਦਵਾਂ। ਸੋ ਅਗਰ ਇਹਨਾਂ ਨੂੰ ਪੀ ਕਿਊ ਨਾਮ ਦਈਏ ਪੀ ਕਿਊ ਇਸ ਹਾਫ ਨੂੰ ਪੀ ਬੋਲ ਰਹੀ ਹਾਂ ਇਸ ਨੂੰ ਕਿਊ और मान लो दिस इज ब्रश एक्स दिस इज ब्रश वाई। देन जो रेड पोर्शन शो किया है दीज आर कॉल्ड ब्रशेस और ब्रशेस दा मटीरियल की होंदा है दे आर आल्सो मेड अप ऑफ कार्बन। सो दीज आर कॉल्ड द कार्बन ब्रशेस। सो कार्बन ब्रशेस क्यों यूज़ करते हैं बिकॉज कार्बन की जो कंडक्टिविटी होंदी है वो की होंदी है वेरी हाई होंदी है। सो इन दिस केस जो अपना करंट पास होएगा वो किस तरह पास होएगा सो पॉजिटिव टू नेगेटिव फ्लो करना है। सो पॉजिटिव तो स्टार्ट होंदे हुए आफ्टर पासिंग थ्रू ब्रश एक्स देन अपना अगे की है करंट फ्लो करेगा। सो बेसिकली जो एक्स दे वाई ब्रशेस हैं एक ही कर रहे हैं दे प्रेस अगेंस्ट द टू हाफ्स ऑफ स्प्लिट रिंग्स। सो इत्थे की है कनैक्शन कंप्लीट हो रहा है इलैक्ट्रिकल कॉन्टैक्ट कंप्लीट हो रहा है विद द हेल्प ऑफ दीज ब्रशेस। ब्रशेस तो बाद सिंपली मैं की कीता
नीचे कनैक्शन कंप्लीट किया है बाय यूजिंग अ बैटरी। सो बैटरी शो की और नाल दी नाल की है एक प्लग की शो किया है। सो अकॉर्डिंगली जिवें कि हुण मैं पॉजिटिव और नैगेटिव शो किया है, अगर आप डायरेक्शन ऑफ करंट दसना होवे बिकॉज पॉजिटिव टू नेगेटिव की है करंट फ्लो करेगा, देन अकॉर्डिंग टू दिस जो करंट होएगा इन कॉइल ए बी वो फ्लो करेगा फ्रॉम ए टू बी, और जो करंट फ्लो करेगा इन कॉइल सी डी वो फ्लो करेगा फ्रॉम सी टू डी। सो ए बी और सी डी ਦੇ ਵਿੱਚ जो करंट की डायरेक्शन है वो की है विद रिस्पेक्ट टू ईच अदर ऑपोजिट है। सो इन दिस केस ए टू बी इधर वाल जा रहा है, सी टू डी सो सी टू डी नीचे वाल आ रहा है। सो एज सच जिवें तुहानूं डायग्राम नज़र आ रही है ए टू बी का की मतलब है, सो इत्थों दी अंदर वाल जा रही है चीज़ बिकॉज ये की है एक 3 डायमेंशनल फिगर है। सो ए पॉइंट इत्थे है, बी पॉइंट इत्थे है, सो करंट की डायरेक्शन की है इनवर्ड्स है। उसी तरह जो सी डी है, सी डी ਦੇ ਵਿੱਚ भी की है सी पॉइंट पिछे है, डी पॉइंट अगे है, सो करंट की डायरेक्शन की होएगी आउटवर्ड्स है। सो आप जो कॉइल रखी है इस तरह रखी है बिटवीन द टू पोल पीसेस। इसी कॉन्फिगरेशन ਦੇ ਵਿੱਚ जो डायरेक्शन ऑफ करंट है और जो डायरेक्शन ऑफ मैग्नेटिक फील्ड है वो परपेंडिकुलर हो सकते हैं। देन हुण आपां वर्किंग की गल करिए, ये चीज़ मैं पहले ही दस चुकी हाँ कि ए बी ਦੇ ਵਿੱਚ करंट फ्लो कर रहा है ए टू बी, सी डी ਦੇ ਵਿੱਚ फ्लो कर रहा है फ्रॉम सी टू डी। नाउ आप याद करिए आप पिछले लेक्चर च गल की सी अबाउट फ्लेमिंग्स लैफ्ट हैंड रूल। सो हुण आप की है फ्लेमिंग्स लैफ्ट हैंड रूल यूज़ करके चेक करांगे कि ਇਹਦੇ ਤੇ जो फोर्स लग रही है किस डायरेक्शन ਦੇ ਵਿੱਚ लग रही है। सो फ्लेमिंग्स लैफ्ट हैंड रूल एक बार रिवाइज करते हुए, फ्लेमिंग्स लैफ्ट हैंड रूल के अकॉर्डिंगली अगर आप अपनी तीनों फिंगर्स ਨੂੰ स्ट्रैच करिए परपेंडिकुलर डायरेक्शन ਦੇ ਵਿੱਚ, म्यूचुअली परपेंडिकुलर मीनस तीनों फिंगर्स ਕਿਹੜੀਆਂ ਤਿੰਨ ਫਿੰਗਰਸ, थंब, फर्स्ट फिंगर और मिडल फिंगर तीनों आपस ਵਿੱਚ ਕੀ ਹੋਣ 90 डिग्रीज ਤੇ प्रेजेंट होन। देन इफ फर्स्ट फिंगर पॉइंट्स इन द डायरेक्शन ऑफ मैग्नेटिक फील्ड, फर्स्ट फिंगर केड़ी डायरेक्शन पॉइंट करेगी इन द मैग्नेटिक फील्ड, और जो सेंट्रल फिंगर है मिडल फिंगर है वो पॉइंट करेगी इन द डायरेक्शन ऑफ करंट। देन जो थंब है वो अपन किस चीज़ की डायरेक्शन देगा, द फोर्स एक्टिंग ऑन द कंडक्टर। सो आप यही रूल अप्लाई करके चेक करांगे कि ए बी आर्म के ऊपर किस डायरेक्शन फोर्स लग रही है, सी डी आर्म के ऊपर किस डायरेक्शन फोर्स लग रही है। सो आप स्टार्ट करते हैं ए बी आर्म के नाल। इन दिस केस मैग्नेटिक फील्ड इज फ्रॉम नॉर्थ टू साउथ। सो जो फर्स्ट फिंगर है उन्होंने मैं पॉइंट करवावांगी इन द डायरेक्शन ऑफ मैग्नेटिक फील्ड। सो ये बिल्कुल इस तरह पॉइंट होएगा नॉर्थ टू साउथ, लाइक इधर नॉर्थ पोल है, इधर की है साउथ पोल पीस आप रखा है। सो मैग्नेटिक फील्ड की डायरेक्शन, उस तो बाद करंट की डायरेक्शन। सो करंट की डायरेक्शन इस केस दे विच की है ए टू बी मीनस इनवर्ड्स है। सो इनवर्ड्स के लिए मैं की है जो मिडल फिंगर है उन्होंने इन द डायरेक्शन ऑफ करंट मैं पॉइंट करवावांगी। सो इस तरह इस तरह की किया इनू मूव कर रही हाँ, ये उसी डायरेक्शन दे विच है, इनू मैं पॉइंट करवाया इनवर्ड्स। सो जी मिडल फिंगर है वो की है इनवर्ड्स पॉइंट कर रही है। दैन आप थंब की डायरेक्शन देखांगे। सो थंब की डायरेक्शन आपन की दस रही है अबाउट द मोशन ऑफ कंडक्टर या फिर डायरेक्शन ऑफ फोर्स जिस डायरेक्शन फोर्स लग रही है। सो हुण मैग्नेटिक फील्ड एक ही है डायरेक्शन ऑफ करंट, एक ही है मोशन ऑफ कंडक्टर या डायरेक्शन इन विच फोर्स इज अप्लाइड। ए बी के ऊपर जी फोर्स लग रही है वो लग रही है इन द डाउनवर्ड डायरेक्शन। सो ए बी वर्टिकली डाउनवर्ड। उसी तरह अगर सी डी के ऊपर, सी डी आर्म के ऊपर अगर आप गल करिए किस डायरेक्शन फोर्स लगेगी, सेम ही आप यूज़ करांगे, सेम रूल यूज़ करांगे। ਉਹਦੇ ਲਈ की है मैग्नेटिक फील्ड की डायरेक्शन सेम है नॉर्थ टू साउथ। देन डायरेक्शन ऑफ करंट, हम डायरेक्शन ऑफ करंट सी टू डी का की मतलब है सी पॉइंट इत्थे है, डी पॉइंट इत्थे है। सो सी टू डी मीनस आउट वाल, बाहर वाल है करंट की डायरेक्शन। सो मैग्नेटिक फील्ड डायरेक्शन ऑफ करंट, थंब की डायरेक्शन की देगी आपां डायरेक्शन ऑफ फोर्स एक्टिंग ऑन कंडक्टर। सो इस केस दे विच जो अपने को डायरेक्शन आ रही है अकॉर्डिंग टू द थंब सी डी ते जो फोर्स लगेगी वो आएगी वर्टिकली अपवर्ड। सो ए बी और सी डी आम ते फोर्सेस लग रही हैं डाउनवर्ड इन दिस केस, और सी डी दे विच जो फोर्स लग रही है अपवर्ड। इहदे नाल की होएगी जिहड़ी कॉइल है वो मूव करेगी। सो एक्चुअल दे विच की है रोटेट करेगी, बिकॉज जो इत्थे की है मैं इत्थे एक एक्सल की गल करना भुल गई। एक्सल की है, एक्सल इज ऑल्सो अटैच टू दिस स्प्लिट रिंग्स। सो जो स्प्लिट रिंग्स सीगियां जो इनर सरफेस है वही दैट इज इंसुलेटेड। सो जो पी और क्यू मैं स्प्लिट रिंग्स शो की इनर सरफेस इंसुलेटेड है और किदे नाल कनेक्टेड है विद अ एक्सल। हुण एक्सल की है एक सिलेंड्रिकल बॉडी है जिहड़ी की है फ्री टू रोटेट है, मतलब की है रोटेट कर सकती है अबाउट इट्स एक्सिस। सो इहदियां
ਅੰਦਰ ਵਾਲੀ ਜੋ ਸਰਫੇਸਿਸ ਹਨ ਹਾਫਸ ਦੀਆਂ ਉਹ ਇਨਸੂਲੇਟਡ ਹਨ, ਸਿਰਫ ਬਾਹਰ ਵਾਲੀਆਂ ਸਰਫੇਸਿਸ ਕੀ ਹਨ, ਕੰਡਕਟਿੰਗ ਹਨ। ਸੋ ਆਊਟਰ ਐਜਸ ਆਰ ਕੰਡਕਟਿੰਗ, ਆਲਸੋ ਜਿਹੜੇ ਬ੍ਰਸ਼ਸ ਹਨ ਇਹ ਵੀ ਕੰਡਕਟਿੰਗ ਹਨ ਬਟ ਦੇ ਆਰ ਸਟੇਸ਼ਨਰੀ। ਸੋ ਇਸ ਪੂਰੇ ਸਟਰਕਚਰ ਦੇ ਵਿੱਚ ਆਪਣੀ ਕੋਇਲ ਮੂਵ ਕਰ ਸਕਦੀ ਹੈ, ਐਕਸਲ ਮੂਵ ਕਰੇਗਾ, ਐਕਸਲ ਦੇ ਨਾਲ ਹਾਫਸ ਸਪਲਿਟ ਰਿੰਗਸ ਦੇ ਅਟੈਚ ਹਨ ਉਹ ਵੀ ਮੂਵ ਕਰਨਗੇ, एक्स और वाई ब्रशेस सिर्फ ओ की है स्टेशनरी रहेंगे। हुण वापस आइए, मैं गल कर रही थी कि रोटेशन दी। सो ए बी नीचे वाल जाएगी, ए बी आर्म नीचे वाल मूव करेगी, सी डी आर्म अपर डायरेक्शन वाल जाएगी बिकॉज वो दोनों की हैं इत्थे स्प्लिट रिंग दे दोनों हाफ्स दे नाल कनेक्टेड हैं। सो ओ की है एक्सल दे नाल कनेक्टेड है, इहदे नाल जिहड़ा अपना एक्सल है वो की है रोटेट करेगा। और किस डायरेक्शन च रोटेट करेगा, इट विल रोटेट इन एंटी क्लॉकवाइज डायरेक्शन बिकॉज अपन को पता है ए बी नीचे वाल जा रही है, सी डी ऊपर वाल जा रही है। सो इस तरह की अपनी रोटेशन हो रही है। सो ए बी और सी डी सो इस तरह एंटी क्लॉकवाइज मीनस क्लॉक तो उलट दिशा दे विच की है एक्सल अपना रोटेट करेगा। सो जब हाफ रोटेशन हो जाएगी, इसी तरह जब ए बी और सी डी मूव करते हुए सी डी इस प्लेस पे आ जाएगा और ए बी की है नीचों दी रोटेट होंदे हुए इस पोजीशन पे आ जाएगा। एट दैट टाइम अपनी हाफ रोटेशन कंप्लीट हो गई। हाफ रोटेशन ऊपर की होया जो इत्थे अपनी मूवमेंट हो रही है, मूवमेंट एक्स वाई दी नहीं हो रही बट पी और क्यू मूव कर रहे हैं। एट दैट पॉइंट जो क्यू है वो टच करेगा जाके एक्स नू और जो पी है वो जाके टच करेगा वाई नू। ऑल्सो ऊपर भी जो अपने को पोजीशन है वो भी की हो जाएगी सी डी। सो इधर अपने को आर्म सी डी आ जाएगी और इधर अपने को आर्म आ जाएगी बी ए। सो अगे बाकी दा कनेक्शन वही है। सो इत्थे Q टचेस X एंड P टचेस Y। सो हाफ रोटेशन तो बाद की होया, डायरेक्शन ऑफ करंट रिवर्स हो जाएगी। रिवर्स क्यों हुई, बिकॉज इत्थे जो Q सी उन्हें टच किया हुण X नू, पहले X दे थ्रू पास हुंदा होया A दे थ्रू एंटर कर रहा सी करंट, हुण की है हुण Q इत्थे टच कर रहा है, X दे थ्रू पास हुंदा होया D च एंटर कर रहा है करंट। सो ਇਹਦੀ मूवमेंट ਦੇ ਨਾਲ रोटेशन ਦੇ ਨਾਲ ਕੀ ਹੋਇਆ, ਇੱਥੇ डायरेक्शन ऑफ करंट अपनी की है थ्रू द सर्किट चेंज हो जाएगी। वन मोर थिंग, एक इंपॉर्टेंट चीज़ है कि एनी डिवाइस विच कैन चेंज द डायरेक्शन ऑफ करंट, विच कैन चेंज या एक्चुअली विच कैन रिवर्स द डायरेक्शन ऑफ करंट, रिवर्स मीन्स ऑपोजिट डायरेक्शन दे विच। सो अ डिवाइस विच कैन रिवर्स द डायरेक्शन ऑफ करंट इन एनी सर्किट इज कॉल्ड कॉम्यूटेटर। सो इन्हें मैं लिखना चाहूँगी, अ डिवाइस which can reverse the direction of current in a circuit is called commutator। सो अगर आप गल करिए इलैक्ट्रिक मोटर दी, सो ये कॉम्यूटेटर कौन होएगा। सो ये जी डायरेक्शन अपने रिवर्स हो रही है करंट दी, किहदे करके हो रही है, दैट इज ड्यू टू द हाफ्स ऑफ दीज टू हाफ्स ऑफ स्प्लिट रिंग्स। सो बिकॉज उन्होंने अपनी पोजीशन चेंज की। सो जो उन्होंने कॉन्टैक्ट बनाया, Q पहले Y दे नाल कॉन्टैक्ट विच सी, बाद दे विच X दे नाल कॉन्टैक्ट विच आया। सिमिलरली P जो पहले X दे नाल कॉन्टैक्ट विच सी, हुण उन्हें पोजीशन चेंज करके की कीता, Y दे नाल कॉन्टैक्ट बनाया। ड्यू टू दिस जो डायरेक्शन है वो रिवर्स हो रही है। सो इन दिस केस कॉम्यूटेटर कौन होएगा, दैट इज द टू हाफ्स ऑफ स्प्लिट रिंग्स। सो अगर एक नंबर क्वेश्चन आ जाए तो कि नेम द कॉम्यूटेटर दैट इज प्रेजेंट इन इलैक्ट्रिक मोटर, देन ओदा आंसर होएगा द हाफ्स ऑफ द स्प्लिट रिंग्स। ओ की हन कॉम्यूटेटर हन इन केस ऑफ इलैक्ट्रिक मोटर। सो हाफ्स ऑफ स्प्लिट रिंग। सो इन दिस केस P एंड Q जो डायग्राम्स में शो किए हैं। सो हुण मैं गल की थी डायरेक्शन ऑफ करंट अपनी रिवर्स हो जाएगी सच दैट हुण जो अपने को करंट जाएगा दैट विल बी किस तरह होएगा, D टू C देन इधर देन B टू A। सो अपने को डायरेक्शन ऑफ करंट रिवर्स हुई, किस तरह रिवर्स हुई, पहले A टू B जा रहा सी, हुण जा रहा है B टू A, और पहले आर्म CD दे विच C टू D जा रहा सी, लेकिन हुण जा रहा है D टू C। सो एक्चुअल दे विच अगर आप गल करिए पहले जा रहे सी A B C D। सो ये अपने कोल की सी ए पाथ सीगा करंट दा, हुण अपना पाथ है D C D A। सो डायरेक्शन ऑफ करंट इज रिवर्स्ड। हुण डायरेक्शन ऑफ करंट रिवर्स होने दे नाल की होएगा, जो आर्म्स दे ऊपर फोर्स लग रही है,
ਫੋਰਸ ਦੀ ਡਾਇਰੈਕਸ਼ਨ ਵੀ ਕੀ ਹੋਏਗੀ, ਚੇਂਜ ਹੋਏਗੀ। ਸੋ ਆਪਾਂ ਹੁਣ ਦੇਖੀਏ ਕਿ ਜਿਹੜੀ ਫੋਰਸ ਲੱਗ ਰਹੀ ਸੀ ਆਰਮ AB ਔਰ ਆਰਮ CD ਦੇ ਉੱਪਰ ਪਹਿਲੇ, ਉਹਦੇ ਵਿੱਚ ਕੀ ਚੇਂਜ ਆਇਆ। ਸੋ ਉਹਦੇ ਵਿੱਚ ਚੇਂਜ ਆਪਾਂ ਚੈੱਕ ਕਰਨ ਦੇ ਲਈ ਅਗੇਨ ਫਲੇਮਿੰਗਸ ਲੈਫਟ ਹੈਂਡ ਰੂਲ ਹੀ ਕੀ ਹੈ ਅਪਲਾਈ ਕਰਾਂਗੇ। ਸੋ ਆਪਾਂ ਅਪਲਾਈ ਕਰੀਏ ਫਲੇਮਿੰਗਸ ਲੈਫਟ ਹੈਂਡ ਰੂਲ। ਨਾਓ ਜੋ ਨਾਰਥ ਸਾਊਥ ਹੈ ਇਹਦੇ ਵਿੱਚ ਕੋਈ ਚੇਂਜ ਨਹੀਂ ਆਇਆ, ਉਹ ਆਪਣੀ ਪੋਜੀਸ਼ਨ ਦੇ ਉੱਪਰ ਹੀ ਹਨ। ਸੋ ਜੋ ਮੈਗਨੈਟਿਕ ਫੀਲਡ ਰਹੇਗੀ ਉਸੇ ਤਰ੍ਹਾਂ ਰਹੇਗੀ। ਸੋ ਫਰਸਟ ਫਿੰਗਰ ਨੂੰ ਆਪਾਂ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ 'ਚ ਕੀ ਹੈ ਪੁਆਇੰਟ ਕਰਾਇਆ। ਸੋ ਇਹ ਹੋ ਗਈ ਆਪਣੀ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ। ਉਸ ਤੋਂ ਬਾਅਦ ਪਹਿਲਾਂ ਆਪਾਂ CD ਆਰਮ ਦੀ ਗੱਲ ਕਰਦੇ ਹਾਂ। CD ਆਰਮ ਦੇ ਉੱਪਰ ਜਿਹੜੀ ਹੁਣ ਕਰੰਟ ਦੀ ਡਾਇਰੈਕਸ਼ਨ ਹੈ ਉਹ ਕੀ ਲੱਗ ਰਹੀ ਹੈ, ਦੈਟ ਇਜ਼ ਇਨਵਰਡਸ, ਅੰਦਰ ਵੱਲ ਨੂੰ ਹੈ। ਸੋ D to C ਅੰਦਰ ਵੱਲ ਲੱਗ ਰਹੀ ਹੈ। ਸੋ ਮਿਡਲ ਫਿੰਗਰ ਆਪਾਂ ਨੂੰ ਕੀ ਦੇਗੀ, ਮਿਡਲ ਫਿੰਗਰ ਨੂੰ ਆਪਾਂ ਉਸ ਡਾਇਰੈਕਸ਼ਨ 'ਚ ਪੁਆਇੰਟ ਕਰਵਾਵਾਂਗੇ ਇਨ ਦ ਡਾਇਰੈਕਸ਼ਨ ਆਫ ਕਰੰਟ। ਸੋ ਉਸੇ ਤਰ੍ਹਾਂ ਕਰਦੇ ਹੋਏ ਮੈਗਨੈਟਿਕ ਫੀਲਡ ਇਹ ਅੰਦਰ ਵੱਲ ਪੁਆਇੰਟ ਕਰਵਾਣੀ ਹੈ, ਦੈਟ ਇਜ਼ ਵਾਈ ਅੰਦਰ मैग्नेटिक फील्ड पिछले वाल की है डायरेक्शन ऑफ करंट, और जो थंब है दैट विल गिव द डायरेक्शन ऑफ फोर्स एक्टिंग ऑन द कंडक्टर। इन दिस केस कंडक्टर केड़ा है आर्म CD। सो CD ਦੇ ਉੱਪਰ ਜਿਹੜੀ ਫੋਰਸ ਲੱਗ ਰਹੀ ਹੈ ਉਹ ਕੀ ਲੱਗ ਰਹੀ ਹੈ, ਇਨ ਵਰਟੀਕਲੀ ਡਾਊਨਵਰਡ ਡਾਇਰੈਕਸ਼ਨ। ਇਹ ਆਪਣਾ ਪਹਿਲਾ ਕੇਸ ਸੀ। ਹੁਣ ਆਪਣੀ ਕੋਲ ਜੋ ਡਾਇਰੈਕਸ਼ਨਸ ਆ ਰਹੀਆਂ ਨੇ CD ਦੇ ਵਿੱਚ, ਜੋ CD ਦੇ ਉੱਪਰ ਫੋਰਸ ਲੱਗ ਰਹੀ ਹੈ ਇਨ ਵਰਟੀਕਲੀ ਡਾਊਨਵਰਡ ਡਾਇਰੈਕਸ਼ਨ। ਦੈਨ ਆਪਾਂ ਹੁਣ ਚਲੀਏ ਆਰਮ AB ਤੇ। ਸੋ ਸਿਮਿਲਰਲੀ ਉਹੀ ਰੂਲ ਅਪਲਾਈ ਕਰਾਂਗੇ। ਤਿੰਨੋਂ ਫਿੰਗਰਸ ਸਟ੍ਰੈਚ ਕੀਤੀਆਂ, ਫਰਸਟ ਫਿੰਗਰ ਨੂੰ ਇਨ ਦ ਡਾਇਰੈਕਸ਼ਨ ਆਫ ਮੈਗਨੈਟਿਕ ਫੀਲਡ। ਦੈਨ AB ਦੇ ਵਿੱਚ ਕਰੰਟ ਦੀ ਡਾਇਰੈਕਸ਼ਨ ਹੈ B to A। ਸੋ B to A ਮੀਨਸ ਵਰਟੀਕਲੀ, ਸੌਰੀ ਨॉट ਵਰਟੀਕਲੀ, ਹੌਰੀਜ਼ੌਂਟਲੀ ਹੈ। B to A ਮੀਨਸ B ਪਿੱਛੇ ਹੈ, A ਅੱਗੇ ਹੈ। ਸੋ ਬਾਹਰ ਵੱਲ ਨੂੰ ਹੈ ਕਰੰਟ ਦੀ ਡਾਇਰੈਕਸ਼ਨ। ਮੈਗਨੈਟਿਕ ਫੀਲਡ ਮਿਡਲ ਫਿੰਗਰ ਕੀ ਦੇਗੀ, ਡਾਇਰੈਕਸ਼ਨ ਆਫ ਕਰੰਟ। ਸੋ ਇਹ ਬਾਹਰ ਵੱਲ ਨੂੰ ਸ਼ੋ ਕੀਤੀ। ਦੈਨ ਜੋ ਥੰਬ ਹੈ ਉਹ ਆਪਾਂ ਨੂੰ ਡਾਇਰੈਕਸ਼ਨ ਕੀ ਦੇ ਰਿਹਾ ਹੈ, ਡਾਇਰੈਕਸ਼ਨ ਆਫ ਦਾ ਫੋਰਸ ਜਿਹੜਾ ਕਿ ਕੰਡਕਟਰ ਦੇ ਉੱਪਰ ਲੱਗ ਰਿਹਾ ਹੈ। ਮਤਲਬ ਇਸ ਡਾਇਰੈਕਸ਼ਨ ਦੇ ਵਿੱਚ ਜਿਹੜੀ ਫੋਰਸ ਹੈ ਕੰਡਕਟਰ ਤੇ ਲੱਗੇਗੀ। ਪਲੱਸ ਇੱਕ ਹੋਰ ਚੀਜ਼, ਜਦ ਆਪਾਂ ਇਹ ਰੂਲ ਅਪਲਾਈ ਕਰ ਰਹੇ ਹਾਂ ਇਹ ਜ਼ਰੂਰ ਧਿਆਨ ਦੇਣਾ ਹੈ ਕਿ ਜੋ ਤਿੰਨੋਂ ਫਿੰਗਰਸ ਹਨ ਉਹ ਪਰਪੈਂਡੀਕੂਲਰ ਰਹਿਣੀਆਂ ਚਾਹੀਦੀਆਂ ਹਨ। ਸੋ ਅਗਰ ਆਪਾਂ ਥੋੜਾ ਜਿਹਾ ਵੀ ਮੂਵ ਕਰ ਲਾਂਗੇ ਕਿਸੇ ਵੀ ਫਿੰਗਰ ਨੂੰ, ਦੈਨ ਆਪਣੇ ਕੋਲ ਡਾਇਰੈਕਸ਼ਨ ਕੀ ਹੈ, ਐਕੂਰੇਟ ਨਹੀਂ ਆਏਗੀ। ਸੋ ਤਿੰਨੋਂ ਫਿੰਗਰਸ ਆਪਸ ਦੇ ਵਿੱਚ 90 ਡਿਗਰੀਜ਼ ਦੇ ਐਂਗਲ ਦੇ ਉੱਪਰ ਪ੍ਰੈਜ਼ੈਂਟ ਹੋਣਗੀਆਂ। ਓਨਲੀ ਦੈਨ ਕੀ ਹੈ ਆਪਾਂ ਡਾਇਰੈਕਸ਼ਨ ਆਫ ਫੋਰਸ ਕੀ ਹੈ ਸਹੀ ਕੈਲਕੂਲੇਟ ਕਰ ਸਕਦੇ ਹਾਂ। ਹੁਣ AB ਆਰਮ ਦੇ ਉੱਪਰ ਜਿਹੜੀ ਡਾਇਰੈਕਸ਼ਨ ਆਈ ਉਹ ਆਪਣੇ ਕੋਲ ਕੀ ਆਈ, ਦੈਟ ਇਜ਼ ਵਰਟੀਕਲੀ ਅਪਵਰਡ ਡਾਇਰੈਕਸ਼ਨ। ਸੋ ਆਪਾਂ ਲਿਖੀਏ ਇਹਨੂੰ, AB ਦੇ ਉੱਪਰ ਜਿਹੜੀ ਫੋਰਸ ਲੱਗ ਰਹੀ ਹੈ ਅਪਵਰਡ ਡਾਇਰੈਕਸ਼ਨ 'ਚ ਲੱਗ ਰਹੀ ਹੈ। ਸੋ ਆਪਣੇ ਕੋਲ ਜਿਹੜੇ ਦੋ ਹਾਫ ਰੋਟੇਸ਼ਨ ਦੀ ਆਪਾਂ ਗੱਲ ਕੀਤੀ, ਡਿਊਰਿੰਗ ਫਰਸਟ ਹਾਫ ਰੋਟੇਸ਼ਨ ਉਦੋਂ ਕੀ ਹੈ, AB ਡਾਊਨਵਰਡ ਮੂਵ ਕਰ ਰਹੀ ਸੀ। ਸੋ AB ਆਰਮ ਜੋ ਹੈ ਡਾਊਨਵਰਡ, CD ਆਰਮ ਜੋ ਹੈ ਅਪਵਰਡ। ਸੋ ਉਹਦੇ ਨਾਲ ਐਂਟੀ ਕਲੌਕਵਾਈਜ਼ ਆਪਣੀ ਕੀ ਹੈ ਰੋਟੇਸ਼ਨ ਹੋਈ ਐਕਸਲ ਦੀ। ਉਹਦੇ ਨਾਲ ਕੀ ਹੈ ਜੋ ਪੋਜੀਸ਼ਨ ਸੀ ਹਾਫਸ ਦੀ ਚੇਂਜ ਹੋ ਗਈ, ਨਾਲ ਦੀ ਨਾਲ ਕੀ ਹੈ ਆਪਣੀ ਡਾਇਰੈਕਸ਼ਨ ਆਫ ਕਰੰਟ ਰਿਵਰਸ ਹੋ ਗਈ। ਕਦੋਂ ਹੋ ਗਈ, ਐਟ ਹਾਫ ਰੋਟੇਸ਼ਨ। ਸੋ ਇਹ ਚੀਜ਼ ਕੀ ਹੈ ਬਹੁਤ ਧਿਆਨ ਰੱਖਣੀ ਹੈ ਕਿ ਕਿਸ ਪੁਆਇੰਟ ਦੇ ਉੱਪਰ ਜਾ ਕੇ ਆਪਣੀ ਜੋ ਕਰੰਟ ਦੀ ਡਾਇਰੈਕਸ਼ਨ ਰਿਵਰਸ ਹੋ ਰਹੀ ਹੈ ਆਫਟਰ ਹਾਫ ਰੋਟੇਸ਼ਨ। ਹੁਣ ਹਾਫ ਰੋਟੇਸ਼ਨ ਤੋਂ ਬਾਅਦ ਜੋ ਚੀਜ਼ ਹੋਈ ਉਹਦੇ ਵਿੱਚ ਕੀ ਹੈ, ਡਾਇਰੈਕਸ਼ਨ ਆਫ ਕਰੰਟਸ ਨੂੰ ਮੈਂ ਮੈਂਸ਼ਨ ਕੀਤਾ। ਡਾਇਰੈਕਸ਼ਨ ਆਫ ਕਰੰਟਸ ਤੋਂ ਆਪਾਂ ਅਗੇਨ ਕੈਲਕੂਲੇਟ ਕੀਤਾ ਕਿ ਫੋਰਸ ਦੀ ਡਾਇਰੈਕਸ਼ਨ ਕਿੱਧਰ ਵੱਲ ਲੱਗੇਗੀ। ਸੋ ਆਰਮ AB ਦੇ ਉੱਪਰ ਵੀ ਔਰ ਆਰਮ CD ਦੇ ਉੱਪਰ ਵੀ। ਸੋ ਉੱਥੋਂ ਆਪਾਂ ਕੀ ਦੇਖਿਆ ਕਿ ਜੋ ਹੁਣ ਡਾਇਰੈਕਸ਼ਨ ਫੋਰਸ ਲੱਗ ਰਹੀ ਹੈ CD ਦੇ ਉੱਪਰ AB ਦੇ ਉੱਪਰ, ਉਹ ਕੀ ਲੱਗ ਰਹੀ ਹੈ ਹੁਣ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ। ਮੀਨਸ ਪਹਿਲੇ AB ਨੀਚੇ ਵੱਲ ਗਈ, CD ਉੱਪਰ। ਹੁਣ CD ਜਦ ਇਸ ਪੋਜੀਸ਼ਨ ਤੇ ਆ ਗਈ, ਅਗੇਨ CD ਕੀ ਹੈ ਉਸੇ ਡਾਇਰੈਕਸ਼ਨ ਦੇ ਵੱਲ ਨੀਚੇ ਵੱਲ ਜਾਣਾ ਸ਼ੁਰੂ ਕਰੇਗੀ ਔਰ AB ਕੀ ਹੈ ਉੱਪਰ ਵੱਲ ਜਾਣਾ ਸ਼ੁਰੂ ਕਰੇਗੀ। ਸੋ ਇਹਦਾ ਕੀ ਮਤਲਬ ਹੈ ਕਿ ਸੇਮ ਡਾਇਰੈਕਸ਼ਨ ਦੇ ਵਿੱਚ ਆਪਣੀ ਇੱਕ ਹਾਫ ਰੋਟੇਸ਼ਨ ਹੋਰ ਕੰਪਲੀਟ ਹੋ ਜਾਏਗੀ। ਮੀਨਸ ਕਿ ਅਗਰ AB ਔਰ CD ਇਸ ਤਰ੍ਹਾਂ ਸ਼ੋ ਕਰੀਏ ਕਿ ਦਿਸ ਇਜ਼ ਆਰਮ AB, ਦਿਸ ਇਜ਼ ਆਰਮ CD, AB ਔਰ CD। ਸੋ ਪਹਿਲੇ AB ਨੀਚੇ CD ਉੱਪਰ, ਹਾਫ ਰੋਟੇਸ਼ਨ ਤੋਂ ਬਾਅਦ AB ਔਰ CD ਜਗ੍ਹਾ ਚੇਂਜ ਹੋਈ। ਅਗੇਨ ਹਾਫ ਰੋਟੇਸ਼ਨ ਤੋਂ ਬਾਅਦ ਹੁਣ ਇਹ ਜੋ ਪਹਿਲੇ ਉੱਪਰ ਵੱਲ ਜਾ ਰਹੀ ਸੀ ਹੁਣ ਇਹ ਨੀਚੇ ਔਰ ਇਹ ਫਿਰ ਉੱਪਰ। ਸੋ ਸੇਮ ਡਾਇਰੈਕਸ਼ਨ ਦੇ ਵਿੱਚ ਐਂਟੀ ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ ਆਪਣੀ ਰੋਟੇਸ਼ਨ ਹੋ ਰਹੀ ਹੈ। ਇਸ ਤਰ੍ਹਾਂ ਨਹੀਂ ਹੈ ਕਿ ਹਾਫ ਰੋਟੇਸ਼ਨ ਆਪਣੀ ਇੱਕ ਡਾਇਰੈਕਸ਼ਨ 'ਚ ਹੋਈ ਔਰ ਅਗਲੀ ਹਾਫ ਰੋਟੇਸ਼ਨ ਆਪਣੀ ਦੂਸਰੀ ਡਾਇਰੈਕਸ਼ਨ 'ਚ ਹੋ ਰਹੀ ਹੈ। ਇਸ ਤਰ੍ਹਾਂ ਨਹੀਂ ਹੈ, ਜਸਟ ਡਾਇਰੈਕਸ਼ਨ ਆਫ ਕਰੰਟ ਰਿਵਰਸ ਹੋ ਰਹੀ ਹੈ। ਡਾਇਰੈਕਸ਼ਨ ਆਫ ਕਰੰਟ ਰਿਵਰਸ ਹੋਣ ਦੇ ਨਾਲ ਜਿਹੜਾ ਐਕਸਲ ਹੈ ਉਹ ਸੇਮ ਹੀ ਡਾਇਰੈਕਸ਼ਨ 'ਚ ਰੋਟੇਟ ਹੋ ਰਿਹਾ ਹੈ। ਔਰ ਕਿਹੜੀ ਡਾਇਰੈਕਸ਼ਨ 'ਚ ਰੋਟੇਟ ਹੋ ਰਿਹਾ ਹੈ, ਇਨ ਦ ਐਂਟੀ ਕਲੌਕਵਾਈਜ਼ ਡਾਇਰੈਕਸ਼ਨ। ਸੋ ਹੁਣ ਇਹੀ ਪ੍ਰੋਸੈਸ ਕੀ ਹੈ ਕੰਟੀਨਿਊ ਹੁੰਦਾ ਰਹੇਗਾ। ਕੰਟੀਨਿਊ ਮਤਲਬ ਆਫਟਰ ਐਵਰੀ ਹਾਫ ਰੋਟੇਸ਼ਨ, ਜਦੋਂ ਵੀ ਹਾਫ ਰੋਟੇਸ਼ਨ ਕੰਪਲੀਟ ਹੋ ਜਾਏਗੀ ਉਸ ਹਾਫ ਰੋਟੇਸ਼ਨ ਤੋਂ ਬਾਅਦ ਡਾਇਰੈਕਸ਼ਨ ਆਫ ਕਰੰਟ ਰਿਵਰਸ ਹੋ ਜਾਏਗੀ। ਰਿਵਰਸ ਹੋਣ ਤੋਂ ਨਾਲ ਜਿਹੜੀ ਫੋਰਸ ਲੱਗ ਰਹੀ ਹੈ ਕੋਇਲਸ ਦੇ ਉੱਪਰ, ਆਰਮ ਦੇ ਉੱਪਰ, ਦੋਨੋਂ ਆਰਮਸ ਦੇ ਉੱਪਰ, ਉਹ ਵੀ ਕੀ ਹੈ ਚੇਂਜ ਹੁੰਦੀ ਜਾਏਗੀ। ਐਂਡ ਇਨ ਦੈਟ ਵੇ ਜਿਹੜਾ ਆਪਣਾ ਪੂਰਾ ਐਕਸਲ ਹੈ ਐਂਟੀ ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ ਕੀ ਹੈ ਕੰਟੀਨਿਊਸਲੀ ਮੂਵ ਕਰਦਾ ਰਹੇਗਾ।
ਸੋ ਐਕਚੁਅਲ ਦੇ ਵਿੱਚ ਆਪਾਂ ਯੂਜ਼ ਕੀ ਕਰ ਰਹੇ ਸੀ ਇੱਥੇ, ਇਲੈਕਟ੍ਰੀਕਲ ਪਾਵਰ ਯੂਜ਼ ਕੀਤੀ ਆ ਆਪਾਂ। ਸੋ ਉਹਨੂੰ ਯੂਜ਼ ਕਰਕੇ ਆਪਾਂ ਕੀ ਹੈ ਇੱਥੇ ਐਕਸਲ ਦੀ ਰੋਟੇਸ਼ਨ ਕਰਵਾ ਰਹੇ ਹਾਂ। ਸੋ ਦੈਟ ਮੀਨਸ ਆਪਾਂ ਇਲੈਕਟ੍ਰੀਕਲ એનર્ਜੀ ਨੂੰ ਯੂਜ਼ ਕੀਤਾ ਔਰ ਇਲੈਕਟ੍ਰੀਕਲ એનર્ਜੀ ਨੂੰ ਆਪਾਂ ਕਿਹਦੇ ਵਿੱਚ ਕਨਵਰਟ ਕੀਤਾ, ਇਨਟੂ ਦ ਮੈਕੈਨੀਕਲ એનર્ਜੀ, ਮੀਨਸ ਮੂਵਮੈਂਟ ਹੋ ਰਹੀ ਹੈ ਕਿਸੇ ਪਾਰਟ ਦੀ। ਸੋ ਦੈਟ ਇਜ਼ ਵਾਈ ਆਪਾਂ ਸਟਾਰਟਿੰਗ ਦੇ ਵਿੱਚ ਕਿਉਂ ਕੀ ਲਿਖਿਆ ਸੀ ਕਿ ਇਟ ਇਜ਼ ਅ ਰੋਟੇਟਿੰਗ ਡਿਵਾਈਸ, ਮੀਨਸ ਇਹਦੇ ਵਿੱਚ ਕੀ ਹੈ, ਰੋਟੇਸ਼ਨ ਹੋ ਰਹੀ ਹੈ such that कि it converts electrical energy to the into the mechanical energy। so ਇਸ ਕਰਕੇ ਆਪਾਂ ਇਹਨੂੰ ਇਸ ਤਰ੍ਹਾਂ ਡਿਫਾਈਨ ਕੀਤਾ ਸੀ। ਇਸ ਤੋਂ ਬਾਅਦ ਇੱਕ ਦੋ ਹੋਰ ਜ਼ਰੂਰੀ ਗੱਲਾਂ ਨੇ ਇਹਦੇ ਬਾਰੇ। ਸੋ ਹੁਣ ਜਿਵੇਂ ਜੋ ਕਮਰਸ਼ੀਅਲ ਮੋਟਰਸ ਨੇ ਜੋ ਆਪਾਂ ਨਾਰਮਲੀ ਯੂਜ਼ ਕਰਦੇ ਹਾਂ, ਉਹਨਾਂ ਦੇ ਵਿੱਚ ਆਪਾਂ ਕੀ ਹੈ 3 ਪੁਆਇੰਟਸ ਦੀ ਗੱਲ ਕਰਾਂਗੇ। ਫਰਸਟ ਤਾਂ ਹੈ ਕਿ we use electromagnets so electromagnets ਦੀ ਗੱਲ ਆਪਾਂ ਪਹਿਲਾਂ ਕਰ ਚੁੱਕੇ ਹਾਂ। electromagnets in place of permanent magnets। so electromagnets और permanent magnets means जो ਆਪਾਂ ਇੱਥੇ ਦੋ ਪੋਲ ਪੀਸਸ ਯੂਜ਼ ਕਰ ਰਹੇ ਹਾਂ ਨਾਰਥ ਸਾਊਥ, ਆਪਾਂ ਕੀ ਹੈ ਇੱਥੇ ਇੱਕ ਪਰਮਾਨੈਂਟ ਮੈਗਨੇਟ ਦੇ ਪੋਲ ਪੀਸਸ ਨਹੀਂ ਨਾ ਲੈ ਕੇ ਕੀ ਲਵਾਂਗੇ, ਇੱਕ ਇਲੈਕਟ੍ਰੋਮੈਗਨੇਟ ਦੇ ਪੋਲ ਪੀਸਸ ਯੂਜ਼ ਕਰਾਂਗੇ। ਉਹਦੇ ਪਿੱਛੇ ਕੀ ਰੀਜ਼ਨ ਹੈ, ਹੁਣ ਜੋ ਪਰਮਾਨੈਂਟ ਮੈਗਨੇਟ ਦੇ ਕੇਸ ਦੇ ਵਿੱਚ ਜਿਹੜੀ ਮੈਗਨੈਟਿਕ ਫੀਲਡ ਪ੍ਰੋਡਿਊਸ ਹੋ ਰਹੀ ਹੈ ਉਹ ਡਿਪੈਂਡ ਕਰੇਗੀ ਕਿਸ ਚੀਜ਼ ਦੇ ਉੱਪਰ ਕਿ ਜਿਹੜਾ ਮੈਗਨੇਟ ਹੈ ਉਹ ਕਿਹੜੇ ਮਟੀਰੀਅਲ ਦਾ ਬਣਿਆ ਹੋਇਆ ਹੈ, ਮੀਨਸ ਕਿਹੜੇ ਮੈਗਨੈਟਿਕ ਸਬਸਟੈਂਸ ਦਾ ਬਣਿਆ ਹੋਇਆ ਹੈ। ਸੋ ਉਹਦੇ ਨਾਲ ਹੀ ਕੀ ਹੈ ਉਹਦੀ ਸਾਰੀਆਂ ਮੈਗਨੈਟਿਕ ਪ੍ਰੋਪਰਟੀਜ਼ ਰਿਲੇਟਡ ਹਨ। ਲੇਕਿਨ ਜੋ ਇਲੈਕਟ੍ਰੋਮੈਗਨੇਟ ਹੈ, ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਇਲੈਕਟ੍ਰੋਮੈਗਨੇਟ ਕੀ ਹੈ, ਲਾਈਕ ਇਨ ਕੇਸ ਆਫ ਸੋਲੀਨੋਇਡ ਕਿ ਸੋਲੀਨੋਇਡ ਦੀ ਜੋ ਕੋਇਲ ਹੁੰਦੀ ਹੈ ਉਹਦੇ ਅੰਦਰ ਅਗਰ ਆਪਾਂ ਕੋਈ ਲਾਈਕ ਸਟੀਲ ਬਾਰ ਪਲੇਸ ਕਰ ਦਈਏ, ਕੋਈ ਮੈਗਨੈਟਿਕ ਮਟੀਰੀਅਲ, ਦੈਨ ਕਰੰਟ ਪਾਸ ਕਰਵਾਈਏ ਥਰੂ ਦ ਸੋਲੀਨੋਇਡ, ਦੈਨ ਉਹ ਕਰੰਟ ਪਾਸ ਹੋਣ ਦੇ ਨਾਲ ਕੀ ਹੈ ਜੋ ਆਪਾਂ ਅੰਦਰ ਮੈਗਨੈਟਿਕ ਮਟੀਰੀਅਲ ਪਲੇਸ ਕੀਤਾ ਹੈ ਉਹ ਵੀ ਕੀ ਹੈ ਇੱਕ ਇਲੈਕਟ੍ਰੋਮੈਗਨੇਟ, ਮੀਨਸ ਇੱਕ ਮੈਗਨੈਟਿਕ ਪ੍ਰੋਪਰਟੀਜ਼ ਐਕਵਾਇਰ ਕਰ ਲਏਗਾ, ਉਹਦੇ 'ਚ ਕੁਝ ਮੈਗਨੈਟਿਕ ਪ੍ਰੋਪਰਟੀਜ਼ ਆ ਜਾਣਗੀਆਂ ਔਰ ਉਹ ਕੁਝ ਟਾਈਮ ਦੇ ਲਈ ਕੀ ਹੈ ਇੱਕ ਟੈਂਪਰੇਰੀ ਮੈਗਨੇਟ ਦੀ ਤਰ੍ਹਾਂ ਐਕਟ ਕਰਦਾ ਹੈ। ਔਰ ਕਿੰਨੇ ਟਾਈਮ ਦੇ ਲਈ ਐਕਟ ਕਰਦਾ ਹੈ, ਜਿੰਨੇ ਟਾਈਮ ਦੇ ਲਈ ਆਪਾਂ ਕੀ ਹੈ ਕੋਇਲ 'ਚੋਂ ਕਰੰਟ ਪਾਸ ਕਰਵਾ ਰਹੇ ਹਾਂ। ਜਿਵੇਂ ਹੀ ਆਪਾਂ ਕਰੰਟ ਨੂੰ ਆਫ ਕਰਾਂਗੇ ਉਵੇਂ ਹੀ ਕੀ ਹੈ ਉਹਦੇ ਵਿੱਚੋਂ ਮੈਗਨੈਟਿਕ ਪ੍ਰੋਪਰਟੀਜ਼ ਵੀ ਕੀ ਹੈ ਖਤਮ ਹੋ ਜਾਣਗੀਆਂ। ਸੋ ਉਹ ਜੋ ਮੈਗਨੇਟ ਬਣੇਗਾ ਉਸ ਮੈਗਨੇਟ ਨੂੰ ਆਪਾਂ ਕੀ ਨਾਮ ਦਿੱਤਾ ਸੀ, ਇਲੈਕਟ੍ਰੋਮੈਗਨੇਟ। ਪਲੱਸ ਜੋ ਉਹਦੀ ਮੈਗਨੈਟਿਕ ਫੀਲਡ, ਬਿਕੋਜ਼ ਉਹ ਇੱਕ ਮੈਗਨੇਟ ਹੈ, ਉਹਦੀ ਵੀ ਇੱਕ ਮੈਗਨੈਟਿਕ ਫੀਲਡ ਹੋਏਗੀ। ਸੋ ਜਿਹੜੀ ਮੈਗਨੈਟਿਕ ਫੀਲਡ ਹੋਏਗੀ ਉਹਦੀ ਉਹ ਡਿਪੈਂਡ ਕਰਦੀ ਹੈ ਕਿ ਆਪਾਂ ਕਿੰਨਾ ਕਰੰਟ ਪਾਸ ਕਰਵਾ ਰਹੇ ਹਾਂ ਥਰੂ ਦ ਕੋਇਲ। ਸੋ ਆਪਾਂ ਹੁਣ ਇੱਥੇ ਇਲੈਕਟ੍ਰੋਮੈਗਨੇਟਸ ਕਿਉਂ ਯੂਜ਼ ਕਰੀਏ, ਬਿਕੋਜ਼ ਇਲੈਕਟ੍ਰੋਮੈਗਨੇਟ ਦੇ ਵਿੱਚ ਜਿਹੜੀ ਮੈਗਨੈਟਿਕ ਫੀਲਡ ਆਪਾਂ ਪ੍ਰੋਡਿਊਸ ਕਰਵਾ ਸਕਦੇ ਹਾਂ ਉਹ ਆਪਾਂ ਆਪਣੀ ਵਿਸ਼ ਦੇ ਅਕੋਰਡਿੰਗਲੀ ਪ੍ਰੋਡਿਊਸ ਕਰਵਾ ਸਕਦੇ ਹਾਂ। ਸੋ ਅਗਰ ਸਟਰੋਂਗ ਮੈਗਨੈਟਿਕ ਫੀਲਡ ਚਾਹੀਦੀ ਹੈ ਦੈਨ ਆਪਾਂ ਕੀ ਹੈ ਉਸ ਅਕੋਰਡਿੰਗਲੀ ਜ਼ਿਆਦਾ ਕਰੰਟ ਪਾਸ ਕਰਵਾਵਾਂਗੇ। ਸੋ ਲੇਕਿਨ ਅਗਰ ਆਪਾਂ ਨੂੰ ਐਜ਼ ਟੂ ਆਰ ਰਿਕੁਆਇਰਮੈਂਟ, ਮਤਲਬ ਆਪਾਂ ਨੂੰ ਜਿੰਨੀ ਲੋੜ ਹੈ, ਜਿੰਨੀ ਵੀ ਰਿਕੁਆਇਰਮੈਂਟ ਹੈ ਉਹਦੇ ਅਕੋਰਡਿੰਗਲੀ ਅਗਰ ਆਪਾਂ ਨੂੰ ਜ਼ਿਆਦਾ ਸਟਰੋਂਗ ਮੈਗਨੈਟਿਕ ਫੀਲਡ ਦੀ ਨਹੀਂ ਜ਼ਰੂਰਤ ਹੈ ਇਨ ਐਨੀ ਕੇਸ, ਦੈਨ ਆਪਾਂ ਕੀ ਹੈ ਕਰੰਟ ਘੱਟ ਪਾਸ ਕਰਵਾ ਕੇ ਘੱਟ ਮੈਗਨੈਟਿਕ ਫੀਲਡ ਕੀ ਹੈ ਪ੍ਰੋਡਿਊਸ ਕਰਵਾ ਸਕਦੇ ਹਾਂ। ਸੋ ਬੇਸਿਕ ਮਤਲਬ ਕੀ ਹੈ ਇਹਦੇ ਵਿੱਚ ਕਿ ਇਲੈਕਟ੍ਰੋਮੈਗਨੇਟ ਦੇ ਕੇਸ ਦੇ ਵਿੱਚ ਜੋ ਮੈਗਨੈਟਿਕ ਫੀਲਡ ਹੈ ਉਹਨੂੰ ਆਪਾਂ ਵੇਰੀ ਕਰ ਸਕਦੇ ਹਾਂ ਕਿ ਉਹਨੂੰ ਆਪਾਂ ਸਟਰੋਂਗ ਰੱਖਣਾ ਹੈ ਜਾਂ ਫਿਰ ਆਪਾਂ ਵੀਕ ਰੱਖਣਾ ਹੈ। ਲੇਕਿਨ ਜੋ ਪਰਮਾਨੈਂਟ ਮੈਗਨੇਟ ਹੈ ਇਹਦੇ ਵਿੱਚ ਕੀ ਹੈ ਆਪਾਂ ਇੰਟੈਂਸਿਟੀ ਮੈਗਨੈਟਿਕ ਫੀਲਡ ਦੀ ਬਦਲ ਨਹੀਂ ਸਕਦੇ, ਉਹ ਬਿਕੋਜ਼ ਉਹ ਕੀ ਹੈ ਡਿਪੈਂਡ ਕਰਦੀ ਹੈ ਉਸ ਮਟੀਰੀਅਲ ਦੇ ਉੱਪਰ। ਲੇਕਿਨ ਇਲੈਕਟ੍ਰੋਮੈਗਨੇਟ ਦੇ ਉੱਪਰ ਡਿਪੈਂਡ ਕਰਦੀ ਹੈ ਕਿ ਕਿੰਨਾ ਕਰੰਟ ਕੋਇਲ 'ਚੋਂ ਪਾਸ ਹੋ ਰਿਹਾ ਹੈ। ਸੋ ਇਹ ਤਾਂ ਹੋਈ ਫਰਸਟ ਚੀਜ਼। ਸੈਕਿੰਡ ਕੀ ਹੈ, ਲਾਰਜਰ ਨੰਬਰ ਆਫ ਟਰਨਸ। So we use, so this is first point actually, we use this, and secondly we use larger number of turns of conducting wire in the current carrying coil। ਸੋ ਇਹ ਪੁਆਇੰਟ ਵੀ ਇਸੇ ਚੀਜ਼ ਨਾਲ ਰਿਲੇਟ ਕਰਦਾ ਹੈ ਕਿ ਜੋ ਆਪਾਂ ਮੈਗਨੈਟਿਕ ਫੀਲਡ ਹੈ ਅਗਰ ਸਟਰੋਂਗ ਚਾਹੁੰਦੇ ਹਾਂ ਦੈਨ ਆਪਾਂ ਨੂੰ ਜਿਹੜੀਆਂ ਨੰਬਰ ਆਫ ਟਰਨਸ ਆਪਾਂ ਯੂਜ਼ ਕਰ ਰਹੇ ਹਾਂ ਇਨ ਦਾ ਕੋਇਲ ਉਹ ਆਪਾਂ ਨੂੰ ਕੀ ਹੈ ਲਾਰਜ ਰੱਖਣੀਆਂ ਪੈਣਗੀਆਂ ਜਾਂ ਜ਼ਿਆਦਾ ਰੱਖਣੀਆਂ ਪੈਣਗੀਆਂ। ਇਸੇ ਚੈਪਟਰ ਦੇ ਵਿੱਚ ਹੀ ਆਪਾਂ ਗੱਲ ਕੀਤੀ ਸੀ। ਸੋ ਆਪਣੇ ਕੋਲ ਆਰਟੀਕਲ ਆਇਆ ਸੀ, ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ whenever ਆਪਾਂ ਜੋ ਨੰਬਰ ਆਫ ਟਰਨਸ ਨੇ ਉਹਨਾਂ ਨੂੰ ਜਦ ਵਧਾ ਦਿੰਦੇ ਹਾਂ ਦੈਨ ਅਮਾਊਂਟ ਆਫ ਕਰੰਟ ਮੀਨਸ ਥਰੂ ਈਚ ਟਰਨ ਉਹ ਵੀ ਕੀ ਹੈ ਐਡ ਅਪ ਹੁੰਦਾ ਜਾਂਦਾ ਹੈ।
ਸੋ ਉਸ ਕਰਕੇ ਕੀ ਹੈ, ਜਿਵੇਂ ਕਿ ਕਰੰਟ ਐਡ ਅਪ ਹੋ ਰਿਹਾ ਹੈ, ਮੈਗਨੈਟਿਕ ਫੀਲਡ ਵੀ ਕੀ ਹੈ ਜ਼ਿਆਦਾ ਸਟਰੋਂਗ ਹੁੰਦੀ ਹੈ। ਸੋ ਅਗਰ ਆਪਣੇ ਕੋਲ ਇੱਕ ਕੋਇਲ ਹੈ, ਉਹਦੇ ਵਿੱਚੋਂ ਕਰੰਟ ਪਾਸ ਹੋ ਰਿਹਾ ਹੈ, ਉਹਦੇ ਕਰਕੇ ਕੁਝ ਮੈਗਨੈਟਿਕ ਫੀਲਡ ਕੀ ਹੈ ਪ੍ਰੋਡਿਊਸ ਹੋਈ। ਸੋ ਆਪਾਂ ਅਗਰ n ਟਰਨਸ ਲਈਏ ਉਸ ਕੋਇਲ ਦੇ ਵਿੱਚ n ਟਰਨਸ ਯੂਜ਼ ਕਰੀਏ ਕੰਡਕਟਿੰਗ ਵਾਇਰ ਦੀਆਂ, ਦੈਨ ਜਿਹੜੀ ਮੈਗਨੈਟਿਕ ਫੀਲਡ ਪ੍ਰੋਡਿਊਸ ਹੋਏਗੀ ਕਿੰਨੀ ਪ੍ਰੋਡਿਊਸ ਹੋਏਗੀ, ਦੈਟ ਵਿਲ ਬੀ n ਟਾਈਮਸ ਦ ਮੈਗਨੈਟਿਕ ਫੀਲਡ ਜਿਹੜੀ ਪ੍ਰੋਡਿਊਸ ਹੋਈ ਸੀ ਇੱਕ ਟਰਨ ਦੇ ਨਾਲ। ਸੋ ਇਹ ਪੁਆਇੰਟ ਵੀ ਕੀ ਹੈ ਰਿਲੇਟ ਕਰਦਾ ਹੈ ਕਿ ਅਗਰ ਆਪਾਂ ਲਾਰਜਰ ਨੰਬਰ ਆਫ ਟਰਨਸ ਆਫ ਕੰਡਕਟਿੰਗ ਵਾਇਰ ਯੂਜ਼ ਕਰਾਂਗੇ ਇਨ ਦਾ ਕੋਇਲ, ਕਰੰਟ ਕੈਰਿੰਗ ਕੋਇਲ ਕਿਹੜੀ ਹੈ ABCD। ਸੋ ਇਹਦੇ ਵਿੱਚ ਜਿਹੜੀ ਆਪਾਂ ਟਰਨਸ ਯੂਜ਼ ਕੀਤੀਆਂ ਹਨ ਉਹ ਜ਼ਿਆਦਾ ਤੋਂ ਜ਼ਿਆਦਾ ਰੱਖਾਂਗੇ, ਉਹਦੇ ਨਾਲ ਕੀ ਹੈ ਜਿਹੜੀ ਆਪਣੀ ਮੈਗਨੈਟਿਕ ਫੀਲਡ ਪ੍ਰੋਡਿਊਸ ਹੋਏਗੀ ਇਨ ਦਿਸ ਕੇਸ ਉਹ ਕੀ ਹੋਏਗੀ, ਸਟਰੋਂਗ ਪ੍ਰੋਡਿਊਸ ਹੋਏਗੀ। ਸੋ ਇਹ ਸੀ ਸੈਕਿੰਡ ਪੁਆਇੰਟ। ਥਰਡ ਪੁਆਇੰਟ ਹੈ ਸੌਫਟ ਆਇਰਨ ਕੋਰ। ਸੋ ਸੌਫਟ ਆਇਰਨ ਕੋਰ ਦੀ ਗੱਲਬਾਤ ਆਪਾਂ ਪਹਿਲੇ ਸੋਲੀਨੋਇਡ ਦੇ ਕੇਸ ਦੇ ਵਿੱਚ ਵੀ ਕੀਤੀ ਸੀ ਕਿ ਸੌਫਟ ਆਇਰਨ ਕੋਰ ਦੇ ਨਾਲ ਕੀ ਹੈ, ਇੱਕ ਤਾਂ ਜੋ ਐਂਡਸ ਦੇ ਉੱਪਰ ਜੋ ਮੈਗਨੈਟਿਕ ਫੀਲਡ ਹੈ, ਸੋ ਜਿਵੇਂ ਆਪਾਂ ਨੂੰ ਪਤਾ ਹੈ ਕਿ ਥਰੂ ਐਨੀ ਮੈਗਨੇਟ ਜੋ ਮੈਗਨੈਟਿਕ ਫੀਲਡ ਲਾਈਨਸ ਹਨ, ਜਿਵੇਂ ਸੋਲੀਨੋਇਡ ਦੇ ਵਿੱਚ ਆਪਾਂ ਗੱਲ ਕੀਤੀ ਜੋ ਮੈਗਨੈਟਿਕ ਫੀਲਡ ਲਾਈਨਸ ਹੁੰਦੀਆਂ ਹਨ ਉਹ ਕੀ ਹੁੰਦੀਆਂ ਹਨ, ਯੂਨੀਫਾਰਮ ਹੁੰਦੀਆਂ ਹਨ। ਬਟ ਜਿਵੇਂ ਹੀ ਆਪਾਂ ਕਿਸੇ ਐਂਡ ਦੇ ਉੱਪਰ ਪਹੁੰਚਦੇ ਹਾਂ, ਐਂਡ ਦੀ ਗੱਲ ਕਰਦੇ ਹਾਂ, ਉੱਥੇ ਕੀ ਹੈ ਉਹ ਡਾਇਵਰਜ ਹੋ ਜਾਂਦੀਆਂ ਹਨ। ਸੋ ਅਗਰ ਆਪਾਂ ਇੱਕ ਸੌਫਟ ਆਇਰਨ ਕੋਰ ਯੂਜ਼ ਕਰਦੇ ਸੀ ਦੈਨ ਉੱਥੇ ਕੀ ਹੈ ਡਾਇਵਰਜਨ ਘੱਟ ਹੁੰਦੀ ਹੈ, ਯੂਨੀਫਾਰਮਿਟੀ ਰਹਿੰਦੀ ਹੈ। ਉਸੇ ਤਰ੍ਹਾਂ ਆਪਾਂ ABCD ਜੋ ਕੋਇਲ ਯੂਜ਼ ਕਰ ਰਹੇ ਹਾਂ, ਇੱਥੇ ਆਪਾਂ ਕੀ ਹੈ we will use soft iron core। ਸੋ ਇੱਕ soft iron core ਹੋਏਗੀ, ਉਹਦੇ ਉੱਪਰ ਆਪਾਂ ਕੀ ਹੈ ਕੋਇਲ ਨੂੰ ਵਾਊਂਡ ਕਰਾਂਗੇ, ਦੈਨ ਅਗੇਨ ਇਨ ਦੈਟ ਕੇਸ ਆਪਣੇ ਕੋਲ ਜਿਹੜੀ ਮੈਗਨੈਟਿਕ ਫੀਲਡ ਆਏਗੀ ਉਹ ਕੀ ਆਏਗੀ, ਜ਼ਿਆਦਾ ਯੂਨੀਫਾਰਮ ਆਏਗੀ, ਜ਼ਿਆਦਾ ਸਟਰੋਂਗ ਆਏਗੀ, ਉਹ ਜ਼ਿਆਦਾ ਇੰਟੈਂਸ ਆਏਗੀ। ਸੋ ਸੌਫਟ ਆਇਰਨ ਕੋਰ ਪਲੱਸ ਜੋ ਇਹਦੇ ਉੱਪਰ ਆਪਾਂ ਕੋਇਲ ਵਾਊਂਡ ਕਰ ਰਹੇ ਹਾਂ ਉਹਦਾ ਆਪਾਂ ਇੱਕ ਨਾਮ ਦਿੱਤਾ ਹੈ ਸੌਫਟ ਆਇਰਨ ਕੋਰ। ਸੋ ਜਿਹਦੇ ਉੱਪਰ ਆਪਾਂ ਕੋਇਲ ਨੂੰ ਵਾਊਂਡ ਕਰਦੇ ਹਾਂ ਪਲੱਸ ਦ ਕੋਇਲ, ਇਸ ਨੂੰ ਆਪਾਂ ਬੋਲਦੇ ਹਾਂ ਆਰਮੇਚਰ। ਸੋ ਇਹ ਪੂਰੇ ਆਪਾਂ ਸਟਰਕਚਰ ਨੂੰ ਸੌਫਟ ਆਇਰਨ ਕੋਰ ਪਲੱਸ ਕੋਇਲ, ਜਦੋਂ ਆਪਾਂ ਸੌਫਟ ਆਇਰਨ ਕੋਰ ਯੂਜ਼ ਕਰ ਰਹੇ ਹਾਂ ਔਰ ਉਹਦੇ ਉੱਪਰ ਆਪਾਂ ਕੋਇਲ ਨੂੰ ਵਾਊਂਡ ਕੀਤਾ ਹੋਇਆ ਹੈ, ਲਾਰਜਰ ਨੰਬਰ ਆਫ ਕੋਇਲ ਨੂੰ ਵਾਊਂਡ ਕੀਤਾ ਹੋਇਆ ਹੈ, ਲਾਰਜਰ ਨੰਬਰ ਆਫ ਟਰਨਸ ਨੂੰ ਆਪਾਂ ਵਾਊਂਡ ਕੀਤਾ ਹੈ, ਉਹਨੂੰ ਆਪਾਂ ਬੋਲਦੇ ਹਾਂ ਆਰਮੇਚਰ। ਐਂਡ ਆਰਮੇਚਰ ਹੀ ਕੀ ਹੈ, ਇਟ ਇਨਹੈਂਸਸ ਦ ਪਾਵਰ ਆਫ, ਮਤਲਬ ਇਹਦੇ ਨਾਲ ਕੀ ਹੈ ਆਪਾਂ ਮੋਟਰ ਦੀ ਪਾਵਰ ਨੂੰ ਕੀ ਹੈ ਚੇਂਜ ਕਰ ਸਕਦੇ ਹਾਂ, ਵੇਰੀ ਕਰ ਸਕਦੇ ਹਾਂ ਜਾਂ ਫਿਰ ਇੰਕਰੀਜ਼ ਕਰ ਸਕਦੇ ਹਾਂ। ਸੋ ਇਹ ਸਾਰੀ ਗੱਲਬਾਤ ਸੀ ਇਲੈਕਟ੍ਰਿਕ ਮੋਟਰ ਦੇ ਬਾਰੇ। ਸੋ ਇੱਕ ਵਾਰੀ ਇਹਦੀ ਡਾਇਗਰਾਮ ਤੋਂ ਹੀ ਆਪਾਂ ਕੀ ਹੈ ਰਿਵਾਈਜ਼ ਕਰ ਲਈਏ ਕਿ ਇਹਦੇ ਵਿੱਚ ਆਪਾਂ ਮੇਨ ਪੁਆਇੰਟਸ ਕਿਹੜੇ ਕੀਤੇ ਹਨ। ਸੋ ਇਹਦੇ ਵਿੱਚ ਕੀ ਸੀ, ਫਰਸਟ ਆਫ ਆਲ ਆਪਣੇ ਕੋਲ ਸੋ ਕੰਸਟਰਕਸ਼ਨ ਨਾ ਰਿਪੀਟ ਕਰਦੇ ਹੋਏ ਜਸਟ ਮੈਂ ਇੱਕ ਵਰਕਿੰਗ ਦੱਸਣਾ ਚਾਹਾਂਗੀ ਕਿ ਵਰਕਿੰਗ ਦੇ ਵਿੱਚ ਆਪਾਂ ਕੀ ਦੇਖਿਆ। ਵਰਕਿੰਗ ਸਭ ਤੋਂ ਪਹਿਲੇ ਤਾਂ A to B ਕਰੰਟ ਆਪਣਾ ਫਲੋ ਕਰ ਰਿਹਾ ਸੀ ਔਰ C to D ਆਪਣਾ ਕਰੰਟ ਫਲੋ ਕਰ ਰਿਹਾ ਇਨ ਆਰਮ CD। ਸੋ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਆਪਾਂ ਲੈ ਰਹੇ ਹਾਂ ਨਾਰਥ ਟੂ ਸਾਊਥ। ਸੋ ਪਹਿਲੇ ਆਰਮ AB ਦੇ ਉੱਪਰ ਦੈਨ ਆਰਮ CD ਦੇ ਉੱਪਰ ਆਪਾਂ ਕੀ ਹੈ ਫਲੇਮਿੰਗਸ ਲੈਫਟ ਹੈਂਡ ਰੂਲ ਅਪਲਾਈ ਕੀਤਾ। ਰੂਲ ਅਪਲਾਈ ਕਰਕੇ ਆਪਾਂ ਦੇਖਿਆ ਕਿ AB ਦੀ ਡਾਇਰੈਕਸ਼ਨ, AB ਦੇ ਉੱਪਰ ਜੋ ਫੋਰਸ ਲੱਗ ਰਹੀ ਹੈ ਉਹ ਲੱਗ ਰਹੀ ਹੈ ਇਨ ਡਾਊਨਵਰਡ ਡਾਇਰੈਕਸ਼ਨ, CD ਦੇ ਉੱਪਰ ਜੋ ਫੋਰਸ ਲੱਗ ਰਹੀ ਹੈ ਉਹ ਲੱਗ ਰਹੀ ਹੈ ਵਰਟੀਕਲੀ ਅਪਵਰਡ ਡਾਇਰੈਕਸ਼ਨ। ਸੋ ਇਸੇ ਤਰ੍ਹਾਂ ਕੀ ਹੈ ਹਾਫ ਰੋਟੇਸ਼ਨ ਆਪਣੀ ਕੰਪਲੀਟ ਹੋ ਜਾਏਗੀ। ਨਾਲ ਦੀ ਨਾਲ ਕੀ ਹੈ ਜੋ ਆਪਣਾ ਐਕਸਲ ਔਰ ਜਿਹੜੀਆਂ ਸਪਲਿਟ ਰਿੰਗਸ ਹਨ ਉਹ ਵੀ ਕੀ ਹੈ ਨਾਲ ਦੀ ਨਾਲ ਮੂਵ ਕਰਨਗੀਆਂ ਅਪ ਟੂ ਹਾਫ ਰੋਟੇਸ਼ਨ। ਹਾਫ ਰੋਟੇਸ਼ਨ ਤੋਂ ਬਾਅਦ ਬਿਕੋਜ਼ ਜੋ Q ਹੈ ਉਹ ਜਾ ਕੇ ਮੀਟ ਕਰੇਗਾ X ਨੂੰ ਔਰ P ਜੋ ਹੈ ਜਾ ਕੇ ਮੀਟ ਕਰੇਗਾ Y ਨੂੰ, ਉੱਥੇ ਜਾ ਕੇ ਆਪਣੀ ਡਾਇਰੈਕਸ਼ਨ ਕੀ ਹੈ ਕਰੰਟ ਦੀ ਰਿਵਰਸ ਹੋ ਜਾਏਗੀ। ਉਹਦੇ ਨਾਲ ਕੀ ਹੈ ਜੋ ਕਰੰਟ ਦੀ ਡਾਇਰੈਕਸ਼ਨ ਰਿਵਰਸ ਹੋਣ ਦੇ ਨਾਲ ਜੋ AB ਔਰ CD ਦੇ ਵਿੱਚ ਡਾਇਰੈਕਸ਼ਨ ਸੀ ਉਹ ਵੀ ਕੀ ਹੈ A to B ਦੀ ਜਗ੍ਹਾ ਹੁਣ B to A ਹੋ ਗਈ, C to D ਦੀ ਜਗ੍ਹਾ D to C ਹੋ ਗਈ। ਦੈਨ ਆਪਾਂ ਅਗੇਨ ਚੈੱਕ ਕੀਤਾ ਅਕੋਰਡਿੰਗ ਟੂ ਫਲੇਮਿੰਗਸ ਲੈਫਟ ਹੈਂਡ ਰੂਲ ਕਿ ਆਪਣੇ ਕੋਲ ਜੋ ਫੋਰਸ ਐਕਟਿੰਗ ਔਨ CD ਆਰਮ ਐਂਡ AB ਆਰਮ ਕਿਸ ਡਾਇਰੈਕਸ਼ਨ ਚ ਆਈ। ਉਸ ਕੇਸ ਦੇ ਵਿੱਚ ਆਪਣੇ ਕੋਲ ਜੋ CD ਸੀ ਉਹਦੇ ਉੱਪਰ ਫੋਰਸ ਲੱਗ ਰਹੀ ਸੀ ਡਾਊਨਵਰਡ ਡਾਇਰੈਕਸ਼ਨ ਦੇ ਵਿੱਚ ਔਰ AB ਦੇ ਉੱਪਰ ਫੋਰਸ ਲੱਗ ਰਹੀ ਸੀ ਅਪਵਰਡ ਡਾਇਰੈਕਸ਼ਨ। ਸੋ ਉਸੇ ਡਾਇਰੈਕਸ਼ਨ ਦੇ ਵਿੱਚ ਕੀ ਹੈ ਆਪਣੀ ਜਿਹੜੀ ਐਕਸਲ ਦੀ ਰੋਟੇਸ਼ਨ ਹੈ ਫਰਦਰ ਹੋਏਗੀ ਇਨ ਦ ਸੈਕੰਡ ਹਾਫ ਰੋਟੇਸ਼ਨ। ਮਤਲਬ ਪਹਿਲੀ ਹਾਫ ਰੋਟੇਸ਼ਨ ਦੇ ਵਿੱਚ ਵੀ ਐਂਟੀ ਕਲੌਕਵਾਈਜ਼ ਹੀ ਮੂਵ ਹੋਇਆ, ਅਗਲੀ ਹਾਫ ਰੋਟੇਸ਼ਨ ਦੇ ਵਿੱਚ ਵੀ ਕੀ ਹੈ ਜੋ ਐਕਸਲ ਦੀ ਮੂਵਮੈਂਟ ਹੈ एंटी क्लॉकवाइज ही हो रही है। सो इस तरह हाफ प्लस हाफ की है एक रोटेशन कंप्लीट हो गई। उसे हाफ तो बाद जाके फिर की होएगा डायरेक्शन ऑफ करंट रिवर्स होएगी। डायरेक्शन ऑफ करंट रिवर्स होने दे नाल जो डायरेक्शन ऑफ फोर्स है कंडक्टर दे ऊपर वो भी चेंज होणगियां। सो इस तरह कंटिन्यू करते हुए की है अपना एक्सल मूव करेगा कंटिन्यूसली इन द सेम डायरेक्शन इन द एंटी क्लॉकवाइज डायरेक्शन। सो इस तरह आप की कह सकते हैं कि इन दिस केस जो इलैक्ट्रिक मोटर है एक ही है इलैक्ट्रिकल एनर्जी ਨੂੰ ਕੰਜ਼ਿਊਮ ਕਰ ਰਿਹਾ ਹੈ, ਯੂਜ਼ ਕਰ ਰਿਹਾ ਹੈ ਔਰ ਉਹਨੂੰ ਕਨਵਰਟ ਕਰ ਰਿਹਾ ਹੈ ਇਨਟੂ ਦ ਮੈਕੈਨੀਕਲ એનર્ਜੀ that is for moving the part of this machine। ਸੋ ਇਹਦੀ
ਵਰਕਿੰਗ ਸੀ ਬੇਸਿਕ, ਬਾਕੀ ਇਹ ਤਿੰਨ ਚੀਜ਼ਾਂ ਦੀ ਆਪਾਂ ਗੱਲ ਕੀਤੀ ਹੈ ਕਿ ਆਪਾਂ ਇਹਦੇ ਵਿੱਚ ਇਲੈਕਟ੍ਰੋਮੈਗਨੇਟਸ ਯੂਜ਼ ਕਰਦੇ ਹਾਂ, ਲਾਰਜਰ ਨੰਬਰ ਆਫ ਟਰਨਸ ਯੂਜ਼ ਕਰਦੇ ਹਾਂ ਆਫ ਦਾ ਕੰਡਕਟਿੰਗ ਵਾਇਰ, ਔਰ ਆਪਾਂ ਕੀ ਹੈ ਸੌਫਟ ਆਇਰਨ ਕੋਰ ਯੂਜ਼ ਕਰਦੇ ਹਾਂ। ਔਰ ਤਿੰਨਾਂ ਦੇ ਪਿੱਛੇ ਕੀ ਰੀਜ਼ਨ ਹੈ, ਸੋ ਦੈਟ ਆਪਣੇ ਕੋਲ ਜਿਹੜੀ ਮੈਗਨੈਟਿਕ ਫੀਲਡ ਆਏ ਜ਼ਿਆਦਾ ਇੰਟੈਂਸ ਆਏ ਜਾਂ ਫਿਰ ਜ਼ਿਆਦਾ ਸਟਰੋਂਗ ਆਏ। ਸੋ ਇਲੈਕਟ੍ਰਿਕ ਮੋਟਰ ਦੀ ਗੱਲਬਾਤ ਨੂੰ ਆਪਾਂ ਹੁਣ ਇੱਥੇ ਹੀ ਰੋਕਦੇ ਹਾਂ। ਨੈਕਸਟ ਲੈਕਚਰ ਦੇ ਵਿੱਚ ਆਪਾਂ ਆਪਣੀ ਅਗਲੀ ਗੱਲਬਾਤ ਕਰਾਂਗੇ। ਅੱਜ ਦੇ ਲਈ ਇੰਨਾ ਹੀ। ਥੈਂਕ ਯੂ।